ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਰਦਾਰਨੀ ਜਸਵੀਰ ਕੌਰ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸੂਬੇਦਾਰ ਕਿਰਪਾਲ ਸਿੰਘ ਜੀ, ਕੁਲਦੀਪ ਸਿੰਘ, ਮਨਜੀਤ ਕੌਰ, ਬਲਜੀਤ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਜਸਪਾਲ ਕੌਰ, ਅਰਸ਼ਦੀਪ ਸਿੰਘ, ਗਗਨਦੀਪ ਸਿੰਘ, ਅਮਨਪ੍ਰੀਤ ਸਿੰਘ, ਰਮਨਜੀਤ ਕੌਰ, ਪਰਮਿੰਦਰ ਸਿੰਘ, ਇੰਦਰਜੀਤ, ਹਰਮਨਜੋਤ ਸਿੰਘ, ਜੈਵੀਰ ਸਿੰਘ, ਵੀਰਪਾਲ ਕੌਰ, ਗੁਰਪ੍ਰੀਤ ਕੌਰ, ਜੁਝਾਰ ਸਿੰਘ, ਜਸ਼ਨੂਰ ਕੌਰ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਬਾਬਾ ਨੰਦ ਸਿੰਘ ਨਗਰ ਮੋਗਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰਨੀ ਜਸਵੀਰ ਕੌਰ ਜੀ ਦਾ ਜਨਮ 10 ਮਾਰਚ 1948 ਨੂੰ ਪਿਤਾ ਸਰਦਾਰ ਮੁਨਸ਼ਾ ਸਿੰਘ ਜੀ ਦੇ ਘਰ ਮਾਤਾ ਕਰਤਾਰ ਕੌਰ ਜੀ ਦੀ ਕੁੱਖੋਂ ਪਿੰਡ ਬਿਲਾਸਪੁਰ ਵਿਖੇ ਹੋਇਆ। ਅੱਜ ਦੇ ਇੱਕ ਭਰਾ ਹਰਭਜਨ ਸਿੰਘ ਅਤੇ ਦੋ ਭੈਣਾਂ ਭਗਵਾਨ ਕੌਰ ਅਤੇ ਸ਼ਿੰਦਰਪਾਲ ਕੌਰ ਸਨ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ ਅਤੇ ਮਿਹਨਤੀ ਸਨ। ਅੱਜ ਦਾ ਵਿਆਹ 26 ਅਪ੍ਰੈਲ 1970 ਨੂੰ ਸੂਬੇਦਾਰ ਕਿਰਪਾਲ ਸਿੰਘ ਜੀ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੇ ਗੁਣਾਂ ਦੀ ਮਹਿਕ ਆਪਣੇ ਸਹੁਰੇ ਘਰ ਬਿਖੇਰਨੀ ਸ਼ੁਰੂ ਕਰ ਦਿੱਤੀ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚਲੇ। ਆਪ ਜੀ ਦੇ ਘਰ ਦੋ ਪੁੱਤਰਾਂ ਕੁਲਦੀਪ ਸਿੰਘ ਅਤੇ ਬਲਜੀਤ ਸਿੰਘ ਅਤੇ ਬੇਟੀ ਮਨਜੀਤ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦਿੱਤੇ, ਖੂਬ ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੱਚੇ ਆਪੋ ਆਪਣੇ ਖੇਤਰਾਂ ਵਿੱਚ ਆਪਣੀ ਮਾਤਾ ਜੀ ਦੇ ਨਾਮ ਨੂੰ ਉੱਚੀਆਂ ਚੁੱਕ ਰਹੇ ਹਨ। ਸਰਦਾਰਨੀ ਜਸਵੀਰ ਕੌਰ ਜੀ ਗਰੀਬਾਂ ਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਤਨੋ ਮਨੋ ਅਤੇ ਧਨੋ ਕਰਿਆ ਕਰਦੇ ਸਨ। ਆਪ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚ ਲੈਂਦੇ ਸਨ। ਸਰਦਾਰਨੀ ਜਸਵੀਰ ਕੌਰ ਹੁਣਾਂ ਦੇ ਸ਼ਰਧਾਂਜਲੀ ਸਮਾਗਮ ਦੇ ਮੌਕੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਕਈ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਸੁਰ ਨਰ ਦੇਵਾ ਸੁਰ ਨਰ ਦੇਵਾ ਇਥੇ ਰਹਿਣ ਨਾ ਪਾਵੇ ਕੀ ਸੁਰ ਨਰ ਦੇਵਾ ਸੁਰ ਨਰ ਦੇਵਾ ਇਥੇ ਰਹਿਣ ਨਾ ਪਾਵੇ ਕੀ ਸੁਰ ਨਰ ਦੇਵਾ ਸੁਰ ਨਰ ਦੇਵਾ ਇਥੇ ਰਹਿਣ ਨਾ ਪਾਵੇ ਕੀ ਸੁਰ ਨਰ ਦੇਵਾ ਸੁਰ ਨਰ ਦੇਵਾ ਕਿਰਪਾ ਨਿਦਾਨ ਨਾਨਕ ਕਰੋ ਦਾਤ ਕਿਰਪਾ ਨਿਦਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾਤ 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 ਨਾਮ ਤੇਰਾ दिन रात नाम तेरा जपी दिन रात नाम तेरा जपी दिन रात नाम तेरा जपी दिन रात जी तेरा न पावे जी तेरा न पावे जी सोनार देवा सोनार देवा तेरा न पावे जी सोनार देवा सोनार देवा सोनार देवा सोनार देवा तेरे न पावे जी सोनार देवा सोनार देवा सरदारे कर मन जन सेवा 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 जी रहन न पावे जी रहन न पावे जी सोनार देवा सोनार देवा रहन न पावे जी सोनार देवा सोनार देवा सोनार देवा सोनार देवा न पावे जी सोनार देवा सोनार देवा गुरु दे नाल गुरु की बाणी नाल गुरु के वचन नाल गुर मंत्र नाल ते गुरु की रहत नाल सब तो बड़ी चीज है रहत इहदे बारे लिखिया मैं रहत प्यारी मुझको ते सिख प्यारा गुरु ने साडे भेख नहीं देखनी गुरु ने देखनी साडी रहनी बहनी सियाणी कहनी ते सहनी गुरु ने ये गल्लां देखनियां गुरु अंतरजामी है गुरु सारे च बैठा धड़ कड़ वे हार दी बस संतन के उपकार संतां ने गल कही जिन्नी आपां गल कर रहे वो दुनिया के लोगों परमेश्वर दूर नहीं वो ते जिहड़ा परमेश्वर ना वो जिस दियां बाहर तलाशा करदा है वो तेरे अंदर वसदा है ओए बाहर तलाशा करदा है वो तेरे अंदर वसदा है बाहर तलाशा करदा है वो तेरे अंदर वसदा है बाहर तलाशा करदा है वो तेरे अंदर वसदा है ओए हो तेरे अंदर वसदा है रब तेरे अंदर वसदा है रब तेरे अंदर वसदा है रब तेरे अंदर वसदा है पर तेन भेद न दसदाई पर तेन भेद न दसदाई भेद न दसदाई पर तेन भेद न दसदाई तू दिसदियां बाहर तलाशा करदा है ओ तेरे अंदर वसदा ओए बाहर तलाशा करदा है ओ तेरे अंदर वसदा बाहर तलाशा करदा है ओ तेरे अंदर वसदा बाहर तलाशा करदा है ओ तेरे अंदर वसदा सारे परमेश्वर बैठा है कोई भी अधूरा नहीं वो सारे पूरा है किसी में कम नहीं एक रति भी साथ संगी वो घट नहीं परमेश्वर सारे बैठा है ये ना क्यों असी बहुत चंगे तुसी माड़े हो सकता कि साडे नालों कई गुणा चंगे हो तुहाडे च गुण बहुते होण साडे च घट साथ संग जी वो संत हो साथ संगी
कहते संत साईं के लाडले ते संत साईं के पूत, ये संत ना होंदे जगत में ते साईं भी नहीं गा। परमेश्वर बारे अकाल पुरख सतगुरु बारे एक संती करना पाते वो चाकर ने, हम चाकर गोबिंद के ठाकर मेरा सबने गोबिंद दे चाकर ते साध संगत फिर वो जो संत अपनी मर्जी ना फिर साध संगत मात लोग तो गए। अज असी भी नाम जपीए भजन करिए गुरु की राह दिखाइए असी भी यहो बन सकते हैं। वो भी तो इंसान ही संसार से वो भी बाणी जो कहती मन तू जोत स्वरूप है अपना मूल पछाण। परमेश्वर ने कहा है बंदे मैं तेनू अपना रूप दिता है जो मेरा स्वरूप सी ना। गुरु नानक कौन सी बाणी दी आप नारायण कला धार जग में परवरियो निरंकार आकार जोत जग मंडल करियो। निरंकार ने आकार में आके ज्ञान का उपदेश किया। ये दसिया कि अवल अल्लाह नूर पाया कुदरत के सब बंदे भगतां दी बाणी के एक नूर ते सब जग बुझिया कौन भले कौन मन ए जी मैं तेनू अपना सुख दिता है। मन तू जोत स्वरूप है अपना मूल पछाण। मन हादी तेरे नाल है पर गुरमती रंग मन गुरु नूं मिलना पवेगा गुरु धारण पवेगा गुरु धारण करना पवेगा तो फिर तेनू सोधी आउणी मेरे ज्ञान दी। उदा नहीं पानी ने गुर बिन कोर आंदा गुरु बिन समझना आवे गुर बिन सुरत ना सिद्ध गुरु बिन मुक्त ना पावे। मुक्ति नहीं मिलती गुरु तुम गए कि तू गुरु धारेगा गुरु वाला बनेगा गुरु का वचन कमावेगा तो फिर तेन मुक्ति तेरी सहजे फिर तेरा जरा जन्म ते मरने आना और सौखा हो जाएगा। साथ गुरु की बाणी क्या जाना क्यों मरेंगे जे गुरु के वचन नहीं प्यारे आए गुरबाणी के वचन नहीं। ये सारिया गुरबाणी दी गल्लां कहते क्या जाना क्यों मरेंगे कैसा मरना होए। आप काल को सतगुरु कह रहे हैं पता नहीं किदा समा आएगा पता नहीं कित्थे आएगा किवें मौत होगी किवें जावांगे संसार। कह रहे ने सानू गुरु के सर्व कला समर्थ जीवन ते मौत उहदे हथ विच पर सानू ये सोझी कह रहे सानू गुरु सोझी देंदा क्या जाना क्यों मरेंगे कैसा मरना होए। पर मैं दुनिया के लोगों सुनो जेकर सह मनो ना विसरे तो सहीला मरना फिर मरना भी सहीला फिर मरना एडा औखा नहीं फिर दुख नहीं तकलीफ नहीं परेशानी नहीं। गुरु सह सपाई साध सिंह अपने प्यार में फिर लै जाता। तो बजुर्ग माता सी साडे बाणे वाली बड़ी भजनीक सी साध संगत दी। ओहदा अंतिम समा आया तो साध संगत घरदियां सोचा कि माता 100 साल तो उपर वस्सा सी होगी ते माता ढिली हो गई डॉक्टर वाले भज गई। डॉक्टर वाले भज के डॉक्टर आ गया तो डॉक्टर आया तो साध संगत की होया डॉक्टर आके माता लगे बैठा तो नब्ज फड़ी उन्हें माता कहती मेरी नब्ज ना फाड़ मैनूं रोग नहीं कोई नहीं मेरा अंतिम समा आ गया। ते साध उत्थों लागे एक बाग सी उन्होंने घर तो थोड़ा जिहा कहती गुरु नानक देव सच्चे पातशाह बाग जी आ गए ने ते हुण उन्हां मेरे वाल छेती आया ते मैनूं आके लै जाण ते प्यारिओ सच करके जाणिओ। डॉक्टर सुन के हैरान हो गया मैं कहा माता किहो जिहियां गल्लां करदी गुरु नानक आ रहा ये सच होवेगा। तो साथ जदों डॉक्टर लाजवा हो बिना लाज तो बैग फड़ के अपना तुरिया कि सामने की प्रतख वेखिया गुरु नानक आ रहा ਉਹਦੇ पैरों पिछे डॉक्टर ਨੂੰ भी दर्शन हो गए गुरु नानक ते माता कहती डॉक्टर जी मेरा गुरु नानक आ गया मुंडियां वास्ते जेकर सह मनो ना मिसरे तो सहीला मरना भी सहीला होगा प्यारिओ। पर मन जुड़े पासे ते फिर उदा ना गल्लां ते साध संगत जी मारे कहते मरने ते जगत डरै मौत को हर को डरदा जीविया लोड़ा सब कोई कहते जिंदा रही मरिए ही ना। वो भाई दोदे उन्हें गुरु नानक को वचन मंग लिया कि सच्चे पातशाह मैं अपनी मर्जी ना जावां। उसकी घर वाली भाग दे ने करतारपुर की पवित्र धरती साध संगत उत्थे दे खेत सन ते सेवा की सेवा ते गुरु खुश होया प्रसन्न होया दोदे का भरम भी दूर किया ते फिर वर भी दिता कहने जो मंगना ही मंग लै। साथ वो दराई मंगा मंगन दिया पिया मर्द इन्नी किले पैली चाहिए असीं भी इन्ने पैली इन्नी तो होनी चाहिए जायद इन्नी होनी चाहिए मारे 100 किला पैली चाहिए घट्टो घट्ट मर्द जा हो जाए
मारे घट्टो घट्ट कोई 150 लवीरी भी चाहिए मरने जा भाई, वो भी दिता। होर मंग कहता मारे फिर कृपा करो कि मैं अपनी मर्जी ना बना, किसी का मारिया ना मर, बल जा ये भी हो जाएगा। क्योंकि मौत ते जीवन जिहड़ा ये गुरु के हाथ में, गुरु नानक कहणगे इदां ही होवेगा। ते साथ वो 2-3 पीढ़ियां जिंदा रहा सी, ते जदों ਉਹਦੇ ਜਿਹੜੇ ਅੱਗੋਂ ਅਗਲੀ ਪੀੜ੍ਹੀ ਦੇ ਸਾਥ ਵੀ ਬੱਚੇ ਹੋਏ ਤੇ ਉਹ ਇੱਕ ਦਿਨ ਕਹਿਣ ਲੱਗੇ, ਬੈਠੇ ਡੌੜੀ ਜੀ ਕਹਿਣ ਲੱਗੇ ਆ ਬਾਬਾ ਬੜੀ ਉਮਰ ਦਾ ਹੋ ਗਿਆ, ਉਹ ਮਰਦਾ ਹੀ ਨਹੀਂ। ਸਾਰੇ ਕਹਿਣ ਲੱਗੇ ਬਾਬਾ ਬੜੀ ਉਮਰ ਮਰਦਾ ਹੀ ਨਹੀਂ। ਤੇ ਜੋ ਕੰਨਾਂ 'ਚ ਪਈ ਆਵਾਜ਼ ਤੇ ਕਹਿੰਦਾ ਸੱਚੇ ਪਾਤਸ਼ਾਹ ਹੁਣ ਮੈਨੂੰ ਲੈ ਜਾ, ਹੁਣ ਨਹੀਂ ਮਾਲ ਲੋਕ ਤੇ ਕੋਈ ਲੋੜ ਨਹੀਂ। ਗੁਰੂ ਨਾਨਕ ਨੇ ਕਿਰਪਾ ਕੀਤੀ ਤੇ ਸਾਹ ਨੂੰ ਪ੍ਰਾਣ ਤੇ ਜਾ ਕੇ ਮਾਤ ਨੂੰ ਸਾਹ ਨਾਲ ਚਲੇ। ਸੋ ਜਿਹੜੇ ਸਾਧੂ ਸੰਤ ਹੁੰਦੇ ਨੇ ਇਹ ਮਰਨ ਤੋਂ ਵੀ ਨਹੀਂ ਡਰਦੇ। ਉਹਨਾਂ ਲਿਖਿਆ ਕਿਹਾ ਉਹਨਾਂ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਤੇ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਉਹ ਖੁਸ਼ ਹੁੰਦੇ, ਉਹ ਡਰਦੇ ਨਹੀਂ। ਡਰਦੇ ਅਸੀਂ ਹਾਂ ਜਿਹੜੇ ਅਸੀਂ ਸੰਸਾਰ ਤੇ ਕੰਮਾਂ ਤੇ ਧੰਦਿਆਂ ਤੇ ਆ ਚਿੱਕੜ ਦਲਦਲ ਤੇ ਫਸੇ ਹਾਂ। ਸਾਥ ਗੁਰੂ ਵਾਲੇ ਪਾਸੇ ਅਸੀਂ ਘੱਟ ਜੁੜਨੇ। ਬਹੁਤਾ ਜਿਹੜਾ ਮਨ ਹੈ ਧਿਆਨ ਹੈ ਸਾਨੂੰ ਗੁਰੂ ਵਾਲੇ ਪਾਸੇ ਜੋੜਨਾ ਚਾਹੀਦਾ। ਜਿਹਨੇ ਸਾਧ ਸੰਗਤੀ ਬਾਣੀ ਕਹਿੰਦੀ ਹੈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਤੇ ਨਾਨਕ ਹਰ ਪ੍ਰਭ ਆਪੇ ਫਿਰ ਤੇ ਮਿਲੇਗਾ। ਸਾਧ ਸੰਗਤੀ ਧਿਆਨ ਹੋਵੇ ਤੇ ਜੇ ਧਿਆਨ ਨਹੀਂ, ਧਿਆਨ ਦੁਨੀਆ ਵੱਲ ਤੇ ਸਾਧ ਸੰਗਤੀ ਇਹਦੇ ਬਾਬਲੀ ਸਾਧ ਸੰਗਤੀ ਬਾਬਾ ਸ਼ੇਖ ਨੇ ਕਿਹਾ ਫਰੀਦਾ ਦੀਨ ਗਵਾਇਆ ਦੁਨੀ ਸੀ, ਉਹ ਦੁਨੀ ਨਾ ਚਾਲੀ ਸਾਥ ਤੇ ਪਾਏ ਪਹਾੜਾ ਮਾਰਿਆ ਗਾਪੜਾ ਪੜਾ। ਸਾਧ ਸੰਗਤੀ ਅਸੀਂ ਇਹਨਾਂ ਗੱਲਾਂ ਤੋਂ ਉੱਪਰ ਉੱਠੀਏ ਥੋੜਾ ਜਿਹਾ। ਫੌਜੀ ਸਾਹਿਬ ਤੇ ਕਿਰਪਾ ਹੋਈ ਹੈ, ਇਹ ਕਿਰਪਾ ਇਹਨਾਂ ਤੇ ਹੋਈ ਹੈ। ਸਾਧ ਨੇ ਘਰ ਨਹੀਂ ਛੁੱਟਦਾ, ਜਿਹਨਾਂ ਨੇ ਆਪਣਾ ਜੀਵਨ ਜਿਹੜਾ ਗੁਰੂ ਚਰਨਾਂ ਨਾਲ ਜੋੜ ਲਿਆ। ਸਾਧ ਇਹ ਬੜੀ ਵੱਡੀ ਕਿਰਪਾ ਹੈ, ਇਹ ਛੋਟੀ ਗੱਲ ਨਹੀਂ ਕੋਈ। ਇਸ ਗੱਲ ਤੋਂ ਵੀ ਹਰ ਕੋਈ ਡਰਦਾ ਹੈ, ਪਰ ਗੁਰੂ ਨੇ ਕਿਰਪਾ ਕੀਤੀ। ਸਾਧ ਨੂੰ ਛੋਟੀ ਸਾਹੀ ਲੈ ਲਵਾਂ। ਸਾਧ ਸੰਗਤੀ ਇੱਕ ਰਾਜਾ ਹੋਇਆ ਇਸ ਮਾਤ ਨੂੰ, ਜਿਹਦਾ ਨਾਮ ਧਿਆਚਿਆ ਰਾਜਾ ਭੋਜ। ਤੇ ਗੱਲ ਚੱਲ ਰਹੀ ਹੈ ਸੰਤਾਂ ਦੀ, ਸਾਧੂਆਂ। ਤੁਹਾਡੇ ਇਸ ਇਲਾਕੇ ਵਿੱਚ ਹੋਰ ਬੜੇ ਵੱਡੇ ਸਾਡੇ ਸੰਤ ਹੋਏ ਨੇ, ਸ਼ਾਇਦ ਤੁਹਾਨੂੰ ਬਹੁਤ ਦਿਨ ਪਤਾ ਹੋਵੇਗਾ। ਆ ਸਾਡੇ ਕੋਲ ਇਹਨਾਂ ਦੇ ਬੇਟੇ ਬਰਾਜਮਾਨ ਨੇ, ਸੰਤ ਸੁਰਜੀਤ ਸਿੰਘ, ਜਿਨ੍ਹਾਂ ਨੇ ਸਾਧ ਸਿੰਘ ਨਾਮ ਤੇ ਬਾਣੀ ਦੀ ਕਮਾਈ ਕੀਤੀ। ਇਸ ਇਲਾਕੇ ਦੇ ਤੁਹਾਡੇ ਮੋਗੇ ਇਲਾਕੇ ਦੇ ਹੋਏ ਨੇ ਸਾਧ ਸਿੰਘ, ਦਰਸ਼ਨ ਕੀਤਾ, ਸੰਗਤ ਵੀ ਕੀਤੀ ਹੈ। ਮਿੱਠ ਬੋਲਦਾ ਸੁਭਾਅ, ਸੰਤਾਂ ਦੀ ਨਿਸ਼ਾਨੀ ਮਿੱਠ ਬੋਲਦਾ, ਠੰਡਾ, ਕਿਸੇ ਨੂੰ ਕਾਲੀ ਨਹੀਂ ਕਹਿਣਾ, ਕਿਸੇ ਨੂੰ ਬੁਰੇ ਨਹੀਂ ਕਹਿਣਾ। ਸੰਤ ਦੀ ਡੈਫੀਨੇਸ਼ਨ ਜਿਹੜੀ ਹੈ ਨਾ, ਕਿਸੇ ਨੂੰ ਬੁਰਾ ਨਹੀਂ ਕਹਿਣਾ। ਜਦੋਂ ਹੀ ਮੂੰਹ ਬੋਲਣਾ ਮਿੱਠਾ ਬੋਲਣਾ, ਇਹ ਸੰਤਾਂ ਦੀ ਚਾਲ ਹੈ। ਤੇ ਸਾਧ ਸੰਗਤ ਦੇ ਰਾਜਾ ਭੋਜ ਬੜਾ ਧਰਮੀ ਰਾਜਾ ਸੀ, ਤੇ ਜਿੱਥੇ ਧਰਮੀ ਬੰਦੇ ਹੋਣ ਨਾ ਸਾਧ ਸੰਗਤ, ਉੱਥੇ ਗੁਰੂ ਨਾਨਕ ਚੱਲ ਕੇ ਆ ਵੀ ਜਾਂਦਾ ਰਿਹਾ। ਇਸ ਗੱਲ ਦੇ ਕੋਈ ਸ਼ੱਕ ਨਹੀਂ, ਇਤਿਹਾਸ ਪੜ੍ਹ ਲਓ। ਜਿੱਥੇ ਜਿੱਥੇ ਵੀ ਕੋਈ ਧਰਮੀ ਹੈ ਸੀ ਨਾ ਗੁਰੂ ਨਾਨਕ ਸਾਹਿਬ ਦੇ ਟਾਈਮ ਤੇ ਜਾਂ ਅਗਲੀਆਂ ਪਾਤਸ਼ਾਹਾਂ ਟਾਈਮ ਤੇ ਗੁਰੂ ਆਪ ਚੱਲ ਕੇ ਜਾਂਦਾ ਰਿਹਾ। ਉੱਥੇ ਇਤਿਹਾਸ ਪੜ੍ਹ ਲਓ। ਕਿੱਥੇ ਗੁਰੂ ਗੋਰਖਨਾਥ ਦਾ ਟਿੱਲਾ ਸੀ ਸਾਧ, ਤੇ ਗੁਰੂ ਗੋਰਖਨਾਥ ਤਪ ਕਰਦਾ ਸੀ, ਤੇ ਗੁਰੂ ਨਾਨਕ ਘੱਟ ਤਪਸਵੀ ਸੰਤ, ਉਹ ਤੇ ਆਮ ਦਾ ਇਨਕਾਰ ਸੀ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਚੱਲ ਕੇ ਉੱਥੇ ਆਪ ਗਏ। ਕਿਉਂ? ਉਹ ਸੰਤ ਸੀ। ਸਾਡੀ ਸੰਪਰਦਾ ਵਿੱਚ ਸਾਧ ਸੰਗਤ, ਇਹ ਨੀਲਧਾਰੀ ਨਾਮਧਾਰੀ ਸੰਪਰਦਾ ਹੈ। ਇਹਦੇ ਵਿੱਚ ਸਾਧ ਸੰਗਤ ਗੁਰੂ ਗੋਰਖਨਾਥ ਜੀ ਅੱਗੋਂ ਮਹਾਰਾਜ ਦੇ ਸੇਵਕ ਸਿੱਖ ਬਣ ਕੇ, ਪਹਿਲਾਂ ਤੇ ਉਹਨਾਂ ਜੀਵਨ ਸੀ ਡਾਕੂਆਂ ਵਾਲਾ, ਧਾੜਵੀ ਸਨ, ਚੋਰ ਸਨ, ਰਾਹ ਡੱਕੇ, ਬੜੇ ਜਵਾਨ ਸੀ। ਤੇ ਸਾਧ ਸੰਗਤ ਰੱਬ ਦਾ ਕੋਈ ਖੌਫ ਨਾ ਹੋਣਾ, ਜੱਟ ਦੇ ਕਿਸਮ ਜਾਣਦੇ। ਤੇ ਸਾਧ ਸੰਗਤ ਦੀ ਰਾਹ ਡੱਕਣੇ ਕਰਨੇ। ਤੇ ਗਰੀਬ ਨਵਾਜ ਨਸ਼ਹਿਰਾ ਸਾਹਿਬ ਵਾਲੇ ਮਹਾਰਾਜ ਸੰਤ ਹਰਨਾਮ ਸਿੰਘ ਜੀ, ਇਹ ਪਿੱਛੋਂ ਪਾਕਿਸਤਾਨ ਤੋਂ ਕਿਲਾ ਸੂਬਾ ਸਿੰਘ ਸਾਧ ਸੰਗਤ, ਇਹ ਪਾਕਿਸਤਾਨ ਆਏ ਸਨ। ਤੇ ਉਹਨਾਂ ਸੰਤਾਂ ਨੇ ਕੀ ਕੀਤਾ, ਮਹਾਰਾਜ ਦੀ ਟਾਂਗੇ ਜਾਣ ਕਿਸੇ ਘਰ ਚਰਨ ਪਾਉਣੇ, ਕਿਸੇ ਨੇ ਬੁਲਾਇਆ ਮਹਾਰਾਜ ਨੂੰ ਚਰਨ ਪਾਉਣ ਵਾਸਤੇ। ਮਹਾਰਾਜ ਜੀ ਗਏ ਨਸ਼ਹਿਰਾ ਸਾਹਿਬ ਕਿਲਾ ਸਾਹਿਬ ਤੋਂ। ਤੇ ਜਦੋਂ ਆਏ ਤੇ ਇਹਨੇ ਰਾਜ ਸਮਾਂ ਵਾਲੀ ਡਾਂਗ ਫੜੀ ਤੇ ਰਾਹ
साथ सिंह डाके खलोता भी संत कहते संतां को माल बढ़ाना समग्री ते अज रज होएगा पूरा। ते साथ सिंह की होया महाराज जी आए ते गाली डांग रखी राह विच खलोता 7 फुट जवान सी साथ सिंह बड़ा दर्शनी जवान ते राह रोकिया ते राह रोके ते साथ कहने लगा इत्थे खिला दो टांगा जी अगे नहीं जाना ते मारे ने खिला दो भाई। उन्होंने की पता सी ब्रह्म ज्ञानी बैठा ब्रह्म ज्ञानी आप परमेश्वर जेड़ा आप परमेश्वर उन्होंने कौन छाप सकता ब्रह्म ज्ञानी जी ਨੂੰ छाप सकता है ब्रह्म ज्ञानी कोई नहीं छाप सकता क्योंकि आप परमेश्वर ब्रह्म ज्ञानी को खोजे महेश्वर देवी देवते भी खोजते ने दर्शन वास्ते दर्शन हो जाए ब्रह्म ज्ञानी ते ब्रह्म ज्ञानी आप परमेश्वर। अच्छा खिला दो टांगा खिला रहा कह लगा जो कुछ है इतने कट के रख दो इतने जानों मार देंगे सारे ये प्यारिओ महाराज किले वाले कह लगे वो दीपिया ना गुरदीप सिंह होया ते मारे कह लगे वो दीपिया की ना तू आंदा जो इतने है कट दो ते मार कट के ना जेब जो सिमरना ते मार साडे कोल ते आ ही सिमरना ही विखाया ते दड़ करके सारी जमीन ते डिग पे सिमरना ही विखाया सिर्फ क्यों जब ब्रह्म ज्ञानी है ना ਉਹਦੇ ਬਾਰੇ ਸਾਥ ਹੀ ਲਿਖਿਆ इको काफी है नजर दा बाण तेरा इको काफी है नजर दा बाण तेरा नजर दा बाण तेरा इको काफी है नजर दा बाण तेरा इको काफी है नजर दा बाण तेरा काफी है नजर दा बाण तेरा तेनू तीरा तलवारा दी लोड़ कोई ना तेनू तीरा तलवारा दी लोड़ कोई ना तीरा तलवारा दी लोड़ कोई ना तेनू तीरा तलवारा दी लोड़ कोई ना बाकी तो काफी है नजर का बाण तेरा काफी है नजर का बाण तेरा महाराज जी किले वाले सन उन्होंने इन्नी कठिन तपस्या सी कि बहुत के दिनों में उन्होंने सीट ते कक्कर जमदा सी भजन करते कक्कर ते गर्मी के दिनों में साजना वड्डा च भजा फिरना पैड़ियां कदे वड्डा ते किसी ने पूछा कि महाराज तुसीं ते सर्वकला समर्थ रब हो ते इन्नी कठिन तपस्या क्यों करदे हो कह लगे मैं अपने वास्ते नहीं कलयुग का समा बड़ा ध्यान पाना अज तो साल नहीं पिछे 100 साल की गल है कहते कलयुग का समा बड़ा पैन मेरे सिखा को भजन बंदगी नहीं होनी ये पूंजी मैं उन्होंने वास्ते इकट्ठी कर रहा उन्होंने वास्ते मैं दुख सहन रहा कि मेरे सिखा किसी गल का दुख ना कष्ट ना ब्रह्म ज्ञानी ये काम करता साल तो फिर उन्होंने बचन तो साल सिंह 100 साल की बसा कि अटारी साहब साल सिंह वाघे बार्डर से शहर है टारी इतिहासक शहर है शाम सिंह धारीवाल का शहर है ते महाराज मंजे ते बैठे कह लगे भाई जिन्हें ऐस देह का दर्शन कर लिया उन्होंने दरगाह की जब लेखा नहीं पूछी कि ब्रह्म ज्ञानी में इन्नी ताकत होती कहते ब्रह्म ज्ञानी एक लाख इतने होती एक दरगाह इस करके जुड़ो ब्रह्म ज्ञानियां जुड़ो साधुआं जुड़ो बड़ा कुछ मिलता है प्यारो जीवन सफल हो जाता सफल 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 भई यात्रा आवन जान रहे मिले साधन ते जेड़े भैन जी ने दर्शन कीते ने साथ ही महाराज किले वाले ने की इन्हां दिन बिठा जाएगा मैं नहीं कर सकता उनका वचन कि जेड़ा दर्शन करेगा उन दरगाह जम लेखा दे साथ संग सो इत्थे प्यारे कीर्तन की समाप्ति कोई बोलदियां वचन वध घट बोलिया गया होवे ते तुसीं सारे गुरु दा रूप को साथ संग तो साथ संग बख्श लेना सो साथ संग हुण असीं 5 पौने नाम करके गुरु चरनां ते अरदास करांगे। राम कली मैला तीजा नानक ओंकार सतगुर प्रसाद आनंद पिया में माए सतगुर सा पाया सैन रागर कर परवार कलियां सब तो तंगाओ हरि केरा मन जी वसाया करे गन दो सतगुर ने पाया ये मन मेरा तू पधार मोहना
साचे साहेबा क्या नहीं करते करता तेरा काफी है जिससे तो पावे सदा सुख सला तेरी नाम मन बचावे नाम गुण के मन बसिया वाजे चमत कलीरे कहे नानक सच्चे साहिब क्या नहीं करते सारा नाम मेरा आधार साच नाम मेरा आधार मेरा दिल भूखा तप समाया पहचान सुख मन आए बसिया जिन इच्छा सब तुझाया सदा कुर्बान सा गुरु विष्णु जिस दिया ये वड्याइया कहे नानक सुनो संतो चमत्कार प्रिया साचा नाम मेरा आधार वाजे पंज सबक कार सुपाचार वागे जब वाजे कला जित करतारिया पंज दोग संग वासे की पार मारिया और कर्म पाया पुतल को के नाम हर के लागे नानक ते तू अर्ध सुनो बड़ पापियो सगल मनोरथ पूरे पार करम का पाया उन्हें सगल दुख रोग संताप तेरे कुए सच्ची बात संत साधन पै तोर से पूरे हो से जाए सुनते पनीत बैठे पवित्र सबके पर मेरे मत नानक गुर चरण लागे वाजे लोक पवन गुरु पाणी पिता माता जिस रात दाई काया खेला चले आया बुरे आया वाजे तरफ हजूर करनी आपो अपनी कहने लगे दूर जिन्हें नाम प्यारा प्रेम संकट काल चले हो के खुशी लाल रात करिया काल गुर बड़ अकाल तेरी महिमा अपरंपार लदने लदन बोल वाहिगुरु जी का खालसा वाहिगुरु जी की फतेह श्री वाहिगुरु जी का खालसा वाहिगुरु जी की फतेह हे ਨਿਮਾਣਿਆਂ ਦੇ ਮਾਨ ਗੁਰੂ, ਨਿਤਾਣਿਆਂ ਦੇ ਤਾਣ ਗੁਰੂ, ਨਿਉਟਿਆਂ ਦੀ ਓਟ ਗੁਰੂ, ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੁਗੋ ਜੁਗ ਅਟਲ। ਚਾਵਰ ਛਤਰ ਤਖਤ ਦੇ ਮਾਲਕ, ਹਲਤ ਪਲਤ ਦੇ ਰਾਖੇ, ਲੋਕ ਪਰਲੋਕ ਦੇ ਸਹਾਈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਜੜੀ ਹੈ। ਮਹਾਰਾਜ ਜੀ ਆਪ ਜੀ ਦੇ ਟਲ ਬਚਨ ਹਨ, ਜਿਹਾ ਚੀਰੀ ਲਿਖਿਆ ਤੇਹ ਹੁਕਮ ਕਮਾਹੇ। ਕੱਲੇ ਆਵੇ ਨਾਨਕਾ ਸੱਦੇ ਉਠੀ ਜਾਹੇ, ਰਾਣਾ ਰਾਉ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਏ ਨਾ ਬੱਧੈ, ਧੀਰ ਦੇ ਮਹਾਵਾਕਾਂ ਅਨੁਸਾਰ। ਮਾਤਾ ਜਸਵੀਰ ਕੌਰ ਜੀ ਮਹਾਰਾਜ ਜੀ ਆਪ ਜੀ ਦੀ ਦਿੱਤੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਖਰਚਦੇ ਹੋਏ ਮਹਾਰਾਜ ਜੀ ਪਿਛਲੇ ਦਿਨਾਂ ਅੰਦਰ ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਮਹਾਰਾਜ ਜੀ ਉਹਨਾਂ ਦੇ ਨਿਮਿਤ ਸਾਰੇ ਹੀ ਪਰਿਵਾਰ ਨੇ ਇਕੱਤਰ ਹੋ ਕਰਕੇ ਮਹਾਰਾਜ ਜੀ ਆਪ ਜੀ ਦੇ ਸਰੂਪ ਗੁਰੂ ਘਰ ਤੋਂ ਆਪਣੇ ਗ੍ਰਹਿ ਵਿਖੇ ਲਿਆ ਕਰਕੇ ਮਹਾਰਾਜ ਜੀ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ। ਆਪ ਜੀ ਦੀ ਕਿਰਪਾ ਬਖਸ਼ਿਸ਼ ਹੋਈ। ਮਹਾਰਾਜ ਜੀ ਸ੍ਰੀ ਸਹਿਜ ਪਾਠ ਸੰਪੂਰਨ ਪੜ੍ਹੇ ਗਏ ਉਪਰੰਤ ਮਹਾਰਾਜ ਜੀ ਅੰਮ੍ਰਿਤ ਵੇਲੇ ਭੋਗ ਪਏ। ਮਹਾਰਾਜ ਜੀ ਉਪਰੰਤ ਮਹਾਰਾਜ ਜੀ ਦੁਪਹਿਰ ਦੇ ਦੀਵਾਨਾਂ ਅੰਦਰ ਹਰਜਸ ਕੀਰਤਨ ਹੋਏ, ਕਥਾ ਵਿਚਾਰਾਂ ਹੋਈਆਂ। 6 ਪੌੜੀਆਂ ਸ੍ਰੀ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹੀ। ਮਹਾਰਾਜ ਜੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹਰਜਸ ਕੀਰਤਨ ਕਥਾ ਵਿਚਾਰਾਂ ਕਰਦਿਆਂ ਤੋਂ ਮਹਾਰਾਜ ਜੀ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਰਹਿ ਜਾਂਦੀਆਂ ਹਨ। ਮਹਾਰਾਜ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸ਼ੁੱਧ ਬਾਣੀ ਉਚਾਰਨ ਦੀ, ਹਰਜਸ ਕੀਰਤਨ ਕਰਨ ਦੀ ਸਮਰੱਥ ਬਖਸ਼ਣੀ। ਬਾਣੀ ਦਾ ਫਲ ਵਿਛੜੀ ਹੋਈ ਆਤਮਾ ਨੂੰ ਪਰਮਾਤਮਾ ਬਖਸ਼ਿਸ਼ ਕਰਨਾ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, 84 ਦਾ ਗੇੜ ਕੱਟਣਾ ਜੀ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਮਹਾਰਾਜ ਜੀ ਆਈਆਂ ਸਿੱਖ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਸੰਗਤਾਂ ਦੇ ਚੱਲੇ ਕਦਮ ਕਦਮ ਲੇਖੇ ਵਿੱਚ ਲਾਉਣੇ ਜੀ। ਆਪ ਜੀ ਨੇ ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ, ਸਿੱਖੀ ਸਦਕ ਭਰੋਸਾ ਦਾਨ, ਚੜ੍ਹਦੀਆਂ ਕਲਾ ਸੰਗਤਾਂ ਨੂੰ ਬਖਸ਼ਣੀਆਂ, ਚੜ੍ਹਦੀਆਂ ਕਲਾ ਪਰਿਵਾਰ ਨੂੰ ਬਖਸ਼ਣੀਆਂ। ਮਹਾਰਾਜ ਜੀ ਕਿਰਪਾ ਦਿਆ ਮਿਹਰ ਕਰਨੀ। ਮਹਾਰਾਜ ਜੀ ਪਰਿਵਾਰ ਵੱਲੋਂ ਆਪ ਜੀ ਦੇ ਛਕਣੇ ਵਾਸਤੇ ਪੰਚਮ ਕੜਾ ਪ੍ਰਸ਼ਾਦੀ ਦੇਗ ਅਤੇ ਗੁਰੂ ਕੇ ਲੰਗਰ ਹਾਜ਼ਰ ਹਨ। ਮਹਾਰਾਜ ਜੀ ਅਨੇਕ ਪ੍ਰਕਾਰ ਭੋਜਨ ਬਹੁ ਕੀਏ, ਬਹੁ ਮੰਜਨ ਮਿਸ਼ਟਾਏ।
ਕਰੇ ਬਾਗਸਾਲ ਸਭ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਮਹਾਰਾਜ ਜੀ ਦਰ ਪ੍ਰਵਾਨ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਛਕੇ ਸਵਾਸ ਆਪ ਜੀ ਦਾ ਨਾਮ ਜਪੇ। ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਅਲਾਹੀ ਹੁਕਮਨਾਮੇ ਬਖਸ਼ੋ ਜੀ। ਆਪ ਜੀ ਦਰ ਜੋ ਆਵੇ ਸੋ ਰਾਜੀ ਜਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਨ ਸਰਬੱਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਆਗੇ ਸੁਖ ਗੁਰ ਦੀਆ, ਪਾਛੈ ਕੁਸ਼ਲ ਖੇਮ ਗੁਰ ਕੀਆ। ਸਰਬ ਨਿਧਾਨ ਸੁਖ ਪਾਇਆ, ਗੁਰ ਆਪਣਾ ਹਿਰਦੈ ਧਿਆਇਆ। ਆਗੇ ਸੁਖ ਗੁਰ ਦੀਆ, ਪਾਛੈ ਕੁਸ਼ਲ ਖੇਮ ਗੁਰ ਕੀਆ। ਸਰਬ ਨਿਧਾਨ ਸੁਖ ਪਾਇਆ, ਗੁਰ ਆਪਣਾ ਹਿਰਦੈ ਧਿਆਇਆ। ਆਪਣੇ ਸਤਿਗੁਰ ਕੀ ਵਡਿਆਈ, ਮਨ ਇੱਛੇ ਫਲ ਪਾਈ। ਸੰਤੋ ਦਿਨ ਦਿਨ ਚੜ੍ਹੈ ਸਵਾਈ। ਰਹਾਉ ਜੀਅ ਜੰਤ ਸਭ ਭਏ ਦਇਆਲਾ, ਪ੍ਰਭ ਆਪਣੇ ਕਰ ਦੀਨੇ। ਸਹਿਜ ਸੁਭਾਏ ਮਿਲੇ ਗੋਪਾਲਾ, ਨਾਨਕ ਸਾਚ ਪਤੀਨੇ। ਜੀਅ ਜੰਤ ਸਭ ਭਏ ਦਇਆਲਾ, ਪ੍ਰਭ ਆਪਣੇ ਕਰ ਦੀਨੇ। ਸਹਿਜ ਸੁਭਾਏ ਮਿਲੇ ਗੋਪਾਲਾ, ਨਾਨਕ ਸਾਚ ਪਤੀਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜਸਵੀਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਅੱਜ ਆਪਾਂ ਜੁੜ ਬੈਠੇ ਹਾਂ। ਮੈਂ ਤੁਹਾਡੇ ਨਾਲ ਸਿਰਫ ਮਾਂ ਦਾ ਰੋਲ ਕੀ ਹੁੰਦਾ ਹੈ ਘਰ ਦੇ ਵਿੱਚ, ਬਟ ਇਹਦੀ ਇੰਪੋਰਟੈਂਸ ਆਫ ਮਦਰ, ਮਾਂ ਕਹਿੰਦੇ ਕਿਹਨੂੰ ਆ? ਜਦੋਂ ਮਮਤਾ, ਮੋਹ, ਹਮਦਰਦੀ ਤਿੰਨੇ ਗੱਲਾਂ ਇਕੱਠੀਆਂ ਹੋ ਜਾਣ ਉਦੋਂ ਮਾਂ ਬਣ ਜਾਂਦੀ। ਮਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ। ਮਾਂ ਤੋਂ ਬਿਨਾਂ ਕੋਈ ਲਾਡ ਨਹੀਂ ਲੜਾਉਂਦਾ, ਮਾਂ ਤੋਂ ਬਿਨਾਂ ਕੋਈ ਚੱਕ ਕੇ ਗੋਦੀ ਲੋਰੀ ਨਹੀਂ ਦਿੰਦਾ। ਪਰ ਜਿਹੜਾ ਮੋਹ ਤੇ ਪਿਆਰ ਮਾਂ ਦੇ ਕੋਲੋਂ ਮਿਲਦਾ, ਦੁਨੀਆ 'ਚ ਹੋਰ ਕਿਤੇ ਨਹੀਂ ਮਿਲਦਾ। ਦੁਨੀਆ ਦੀ ਡਿਕਸ਼ਨਰੀ ਵਿੱਚ ਮਾਂ ਸ਼ਬਦ ਬਹੁਤ ਛੋਟਾ ਹੈ, ਪਰ ਇਹਦੇ ਅਰਥ ਬਹੁਤ ਵੱਡੇ ਨੇ, ਬਹੁਤ ਡੂੰਘੇ ਨੇ। ਕਿਉਂਕਿ ਮਾਂ ਨਾਲ ਸਾਡਾ ਬਚਪਨ ਜੁੜਿਆ ਹੁੰਦਾ। ਮਾਂ ਸਾਡੇ ਤੋਤਲੇ ਬੋਲਾਂ ਨੂੰ ਜ਼ੁਬਾਨ ਦਿੰਦੀ ਹੈ। ਮਾਂ ਉਂਗਲ ਫੜ ਕੇ ਤੁਰਨਾ ਸਿਖਾਉਂਦੀ ਹੈ। ਤੇ ਜਦੋਂ ਮਾਂ ਆਪਣੇ ਬੱਚਿਆਂ ਨਾਲ ਖੇਡ ਰਹੀ ਹੁੰਦੀ ਹੈ ਨਾ, ਤੇ ਉਸ ਸਮੇਂ ਦੁਨੀਆ ਦੀ ਸਭ ਤੋਂ ਖੁਸ਼ ਸ਼ਖਸੀਅਤ ਸਿਰਫ ਤੇ ਸਿਰਫ ਮਾਂ ਹੁੰਦੀ ਹੈ। ਉਹਦਾ ਰੱਬ ਵੀ ਪਾਸੇ ਖੜ ਕੇ ਦੇਖਦਾ, ਕਿਉਂਕਿ ਮਾਂ ਜਿਉਂ-ਜਿਉਂ ਬੱਚਿਆਂ ਦੇ ਕੱਦ ਵੱਧਦੇ ਨੇ, ਵੱਡੇ ਹੁੰਦੇ ਨੇ, ਉਹ ਆਪਣੀ ਛਾਤੀ ਨਾਲ ਲਾ ਲਾ ਕੇ ਉਹਨਾਂ ਦੇ ਕੱਦ ਮਿਣਾਉਂਦੀ ਹੈ। ਆਪਣੀ ਚੁੰਨੀ ਲਾ ਕੇ ਸਾਨੂੰ ਪੱਗ ਬੰਨਣਾ ਸਿਖਾਉਂਦੀ ਹੈ। ਤੇ ਜਦੋਂ ਕਦੇ ਸਿਰ ਪਲੋਸਦਿਆਂ ਸਾਡਾ ਕੋਈ ਲੜ ਢਿੱਲਾ ਹੋ ਜਾਂਦਾ, ਸਾਨੂੰ ਫਿਰ ਵੀ ਚੰਗਾ ਚੰਗਾ ਲੱਗਦਾ, ਕਿਉਂਕਿ ਮਾਂ ਦੀਆਂ ਅਸੀਸਾਂ ਹੁੰਦੀਆਂ ਨੇ ਉਹਨਾਂ ਹੱਥਾਂ ਦੇ ਵਿੱਚ।
ਪਰ ਜਦੋਂ ਮਾਂ ਦੀ ਅਰਥੀ ਕਿਸੇ ਘਰ ਵਿੱਚ ਉੱਠਦੀ ਹੈ ਨਾ ਤੇ ਉਦੋਂ ਮੋਹ ਦਾ ਕਾਲ ਪੈ ਜਾਂਦਾ। ਉਹ ਕਾਲ ਝੱਲਣਾ ਬਹੁਤ ਔਖਾ। ਇਸ ਮਾਂ ਨੇ ਆਪਣੇ ਸਿਰ ਦੇ ਸਾਈਂ ਨੂੰ ਸਰਹੱਦਾਂ ਦੀ ਰਾਖੀ ਲਈ ਭੇਜਿਆ, ਫਿਰ ਆਪਣੇ ਬੇਟੇ ਨੂੰ ਵੀ ਉਸੇ ਰਾਹ ਤੇ ਤੋਰਿਆ, ਕੈਪਟਨ ਕੁਲਦੀਪ ਸਿੰਘ ਨੂੰ। ਉਸ ਤੋਂ ਬਾਅਦ ਪੋਤਿਆਂ ਦੀ ਵਾਰੀ ਆਈ, ਉਹਨਾਂ ਨੂੰ ਵੀ ਉਸੇ ਰਾਹ ਤੇ ਭੇਜਿਆ। ਇਹ ਇਸ ਮਾਂ ਦਾ ਇੱਕ ਬਹੁਤ ਵੱਡਾ ਦੇਣ ਆ ਸਾਡੇ ਸਰਹੱਦਾਂ ਦੀ ਰਾਖੀ ਲਈ। ਮਾਂ ਵਰਗਾ ਕਣਸ਼ਾਮਾ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਦਾਰੀ ਰੱਬ ਨੇ ਸਵਰਗ ਬਣਾਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਸੁੱਕ ਜਾਵਣ, ਐ ਪਰ ਫੁੱਲਾਂ ਦੇ ਮਰਜਾਇਆ ਇਹ ਬੂਟਾ ਸੁੱਕ ਜਾਏ। ਜਦੋਂ ਕਿਤੇ ਮਾਂ ਦੀ ਪਿਆਰੀ ਗੋਦ ਦੇ ਫੁੱਲਾਂ ਨੂੰ ਕਿਤੇ ਮਾੜਾ ਜਿਹੀ ਵੀ ਤੱਤੀ ਹਵਾ ਲੱਗਦੀ ਹੈ, ਮਾਂ ਕਮਲਾ ਜਾਂਦੀ ਹੈ, ਮਾਂ ਦਾ ਚਿਹਰਾ ਉਤਰ ਜਾਂਦਾ ਹੈ। ਮਾਂ ਸੁਪਰੀਮ ਕੋਰਟ ਦੀ ਜੱਜ ਹੁੰਦੀ ਆ, ਉਹ ਸਾਡੇ ਲਏ ਹੋਏ ਫੈਸਲੇ ਰੱਦ ਕਰਨ ਦਾ ਉਹਦੇ ਕੋਲੇ ਹੱਕ ਹੁੰਦਾ, ਕਿਉਂਕਿ ਮਾਂ ਦੇ ਸਾਹਮਣੇ ਅਸੀਂ ਜਿੱਡੇ ਮਰਜ਼ੀ ਵੱਡੇ ਹੋ ਜਾਈਏ, ਉਹਨਾਂ ਨੂੰ ਪਤਾ ਹੁੰਦਾ ਕਿ ਤੈਨੂੰ ਤਾਂ ਬੋਲਣਾ ਨਹੀਂ ਸੀ ਆਉਂਦਾ, ਉਹ ਵੀ ਮੈਂ ਤੈਨੂੰ ਸਿਖਾਇਆ। ਤੂੰ ਤਾਂ ਰੋਟੀ ਵੀ ਨਹੀਂ ਸੀ ਖਾ ਸਕਦਾ, ਉਹ ਵੀ ਮੈਂ ਨਿੱਕੀਆਂ ਨਿੱਕੀਆਂ ਬੁਰਕੀਆਂ ਕਰਕੇ ਤੈਨੂੰ ਮੈਂ ਰੋਟੀ ਖਾਣੀ ਸਿਖਾਈ ਹੈ। ਤੈਨੂੰ ਤਾਂ ਤੁਰਨਾ ਵੀ ਨਹੀਂ ਸੀ ਆਉਂਦਾ, ਮੈਂ ਦੋਹੇ ਹੱਥ ਮੂਹਰੇ ਕਰਕੇ ਤੈਨੂੰ ਤੁਰਨਾ ਸਿਖਾਇਆ, ਤੈਨੂੰ ਡਿੱਗਣ ਨਹੀਂ ਦਿੰਦਾ। ਬਸ ਸਾਡੇ ਕੋਲ ਅੱਜ ਮਾਂ ਦੀਆਂ ਯਾਦਾਂ ਨੇ। ਉਹ ਸਤਿਕਾਰਯੋਗ ਮਾਂ ਜਿਹਨੂੰ ਪਤਾ ਹੀ ਨਹੀਂ ਸੀ ਕਿਸੇ ਨੂੰ, ਬਾਈ ਜੀ ਦੇ ਨਾਲ ਜਾ ਰਹੇ ਆ ਤੇ ਅਚਨਚੇਤ ਹੀ ਬਸ ਪਲਾਂ ਛਿਨਾਂ ਦੇ ਵਿੱਚ ਹੀ ਘਟਨਾ ਵਾਪਰ। ਕੋਈ ਬਿਮਾਰ ਹੋ ਜਾਂਦੇ, ਅਸੀਂ ਚੱਕ ਕੇ ਲੈ ਜਾਣਾ ਸੀ, ਅਸੀਂ ਡਾਕਟਰਾਂ ਕੋਲ ਭੱਜ ਕੇ ਦੇਖ ਲੈਂਦੇ, ਜ਼ੋਰ ਲਾ ਕੇ ਦੇਖ ਲੈਂਦੇ। ਇਹ ਸਾਰਾ ਕੁਛ ਵੀ ਨਹੀਂ ਕਰ ਸਕੇ, ਵਾਪਰ ਗਿਆ ਪਾਣਾ। ਬਸ ਮਾਂ ਬਾਬੇ ਨਾਨਕ ਦੀ ਬਾਣੀ ਨਾਲ ਜੁੜੀ ਹੋਈ, ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ। ਇਹ ਸਿਧਾਂਤਾਂ ਤੇ ਚੱਲਣ ਵਾਲੇ ਸੀ ਸਾਡੀ ਮਾਤਾ ਜਸਵੀਰ ਕੌਰ। ਉਹਨਾਂ ਲਈ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹੀ ਹੈ ਕਿ ਉਹਨਾਂ ਵਰਗੇ ਗੁਣ ਅਸੀਂ ਧਾਰੀਏ, ਆਪਣੇ ਮਨ ਦੇ ਵਿੱਚ ਵਸਾ ਲਈਏ। ਮੇਰੀਆਂ ਅੱਖਾਂ ਦੇ ਸਾਹਮਣੇ ਉਹ ਸੀਨ ਹੁਣ ਵੀ ਯਾਦ ਆ। ਉਸੇ ਤਰ੍ਹਾਂ ਘਰ ਦੇ ਵਿੱਚ ਅਖੰਡ ਪਾਠ ਪ੍ਰਕਾਸ਼ ਆ, ਅਸੀਂ ਘਰੇ ਗਏ, ਨਾਲ ਮੇਰੇ ਜਥੇਦਾਰ ਕਰਨੈਲ ਸਿੰਘ ਜੀ ਸੀ ਮਾਣੂਕਿਆਂ ਵਾਲੇ। ਕੈਪਟਨ ਸਾਹਿਬ ਸਾਨੂੰ ਮਿਲੇ ਨਹੀਂ ਪਹਿਲਾਂ, ਤੇ ਮਾਂ ਨੇ ਬੜੇ ਸਤਿਕਾਰ ਨਾਲ ਕਿਹਾ ਕਿ ਤੁਸੀਂ ਬੈਠੋ, ਆ ਜਾਂਦੇ ਆ। ਉਹ ਪਿਆਰੇ ਬੋਲ ਅੱਜ ਵੀ ਮੇਰੇ ਕੰਨ ਵਿੱਚ ਉਵੇਂ ਸੁਣਦੇ ਆ, ਇੰਨੇ ਮਿੱਠੇ ਬੋਲ ਜਿਹੜੇ ਮੁੜ ਕੇ ਸਾਡੀਆਂ ਯਾਦਾਂ ਦਾ ਹਿੱਸਾ ਬਣ ਗਏ। ਸਿਰਫ ਤੇ ਸਿਰਫ ਅਸੀਂ ਮਾਂ ਤਾਂ ਸਰੀਰਕ ਤੌਰ ਤੇ ਤਾਂ ਸਾਡੇ ਤੋਂ ਵੱਖ ਹੋ ਗਈ ਹੈ, ਪਰ ਸਾਡੇ ਦਿਲਾਂ ਦੇ ਵਿੱਚੋਂ ਉਵੇਂ ਹੀ ਵਸ ਗਈ ਹੈ, ਉਵੇਂ ਹੀ ਸਾਨੂੰ ਯਾਦ ਆਉਂਦੀ ਹੈ। ਕਿਉਂਕਿ ਕੀਰਤਨ ਦੇ ਰਾਹੀਂ ਬਹੁਤ ਹੀ ਪਿਆਰੀਆਂ ਗੱਲਾਂ, ਬਹੁਤ ਹੀ ਪਿਆਰੇ ਸ਼ਬਦ ਸਾਨੂੰ ਸੁਣਨ ਲਈ ਮਿਲੇ ਕਿ ਇਸ ਦੁਨੀਆ ਤੇ ਰਹਿਣਾ ਨਹੀਂ ਕਿਸੇ। ਇੱਕ ਦਿਨ ਅਸਾਂ ਵੀ ਆਲਮਾਂ ਤੁਰ ਜਾਣਾ, ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਸਾਨੂੰ ਵੀ ਜਾਣਾ ਪੈਣਾ। ਪਰ ਮੌਤ ਬਾਰੇ ਸਾਧੂ ਦਇਆ ਸਿੰਘਾਰ ਉਹਨਾਂ ਨੇ ਜ਼ਿੰਦਗੀ ਵਿਲਾਸ ਦੇ ਵਿੱਚ ਲਿਖੀ ਹੈ। 3 ਲਾਈਨਾਂ ਵਿੱਚ ਜ਼ਿੰਦਗੀ ਦੀ ਫਿਲਾਸਫੀ ਦੱਸ ਦਿੱਤੀ ਹੈ ਕਿ ਐਵੇਂ ਗਾਫਲ ਆਕਾਸ਼ ਦਾ ਮਾਣ ਕਰਦਾ, ਦੌਲਤ ਵਿੱਚ ਜਮੀ ਦੇ ਪੜੀ ਰਹਿਣੀ, 4 ਦਿਨ ਤੂੰ ਉੱਠ ਕੇ ਸੈਰ ਕਰ ਲਾ, ਬੱਗੀ ਵਿੱਚ ਤਵੇਲਿਆਂ ਖੜੀ ਰਹਿਣੀ, ਜਦੋਂ ਆਣ ਜਮਦੂਤ ਨੇ ਪਾਈ ਘੇਰੀ, ਜਿੰਦ ਸੰਗ ਦੇ ਵਿੱਚ ਨਾ ਪੜੀ। ਕਿ ਜਦੋਂ ਜਮਦੂਤ ਮੌਤ ਦਾ ਦਸਤ ਪੰਜਾ ਵੱਜਦਾ, ਫਿਰ ਕਿਸੇ ਦੀ ਕੋਈ ਅਪੀਲ ਤੇ ਦਲੀਲ ਨਹੀਂ ਸੁਣੀ ਜਾਂਦੀ। ਇਸ ਧਰਤੀ ਤੋਂ ਬੰਦੇ ਨੂੰ ਜਾਣਾ ਪੈਂਦਾ।
ਪਰ ਜਦੋਂ ਕਿਸੇ ਮਾਂ ਦੀ ਅਰਥੀ ਉੱਠਦੀ ਹੈ ਨਾ, ਉਦੋਂ ਜਿਹੜੀ ਧਰਤੀ ਕਰਲਾਉਂਦੀ ਹੈ। ਇਹ ਮਾਂ ਕੱਲੇ ਕੁਲਦੀਪ ਸਿੰਘ ਹੋਣਾ ਦੀ ਮਾਂ ਨਹੀਂ ਸੀ, ਇਸ ਪਰਿਵਾਰ ਦੀ ਮਾਂ ਨਹੀਂ ਸੀ, ਹਜ਼ਾਰਾਂ ਹੀ ਮੇਰੀਆਂ ਉਹਨਾਂ ਧੀਆਂ ਦੀ ਮਾਂ ਸੀ ਜਿਨ੍ਹਾਂ ਦੇ ਸਿਰ ਤੇ ਅਸੀਸਾਂ ਵਾਲੇ ਹੱਥ ਦਿੰਦੀ ਸੀ। ਜਿਉਂਦੀ ਰਹਿ ਧੀਏ ਕਹਿੰਦੀ ਸੀ, ਕਿਸੇ ਬੱਚੇ ਨੂੰ ਬੁੱਕਲ ਵਿੱਚ ਲੈ ਕੇ ਪਿਆਰ ਦਿੰਦੀ ਸੀ। ਬਸ ਅਸੀਂ ਅੱਜ ਉਸ ਪਿਆਰ ਤੋਂ, ਉਹਨਾਂ ਅਸੀਸਾਂ ਤੋਂ ਵਿਰਵੇ ਹੋ ਗਏ। ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਸਾਡੀ ਉਸ ਸਤਿਕਾਰਯੋਗ ਮਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਤੇ ਬਾਕੀ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਦੁਆਰਾ ਅਕਾਲ ਸਰਬਤ ਵਾਸਤੇ 2100 ਸੇਵਾ ਦਿੱਤੀ ਗਈ ਹੈ। ਸੋ ਪਰਿਵਾਰ ਨੇ ਜਿਸ ਮਨੋਭਾਵਨਾ ਕਰਕੇ ਸੇਵਾ ਕੀਤੀ, ਗੁਰੂ ਸਾਹਿਬ ਜੀ ਪਰਿਵਾਰਾਂ ਦੀਆਂ ਮਨੋਭਾਵਨਾਵਾਂ ਪੂਰੀਆਂ ਕਰਨ, ਅੰਗ ਸੰਗ ਸਹਾਈ ਹੋਣ, ਕਾਰੋਬਾਰ ਵਿੱਚ ਵਾਧੇ, ਦਿਨ ਦੁਗਣੀ ਰਾਤ ਚੌਗੁਣੀਆਂ ਤਰੱਕੀਆਂ ਬਖਸ਼ਣ ਪਾਤਸ਼ਾਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।